ਸਤਿ ਸ੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ YouTube ਚੈਨਲ ਵਰਿੰਦਰ ਐਜੂਕੇਸ਼ਨ ਵਿੱਚ। ਅੱਜ ਅਸੀਂ ਸਿਵਿਕਸ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ MCQs ਕਰਾਂਗੇ। ਇਸ ਨੂੰ ਤੁਸੀਂ ਨੇ ਇੱਕ ਤਰ੍ਹਾਂ ਦਾ ਟੈਸਟ ਮੰਨ ਕੇ ਚੱਲਣਾਗਾ, ਜਿਸ ਦੇ ਵਿੱਚ ਮੈਂ ਘੱਟੋ ਘੱਟ 15 MCQs ਇਨਕਲੂਡ ਕੀਤੇ ਨੇ ਤੇ ਜਿੰਨੇ ਤੁਹਾਡੇ ਨੰਬਰ ਬਣਨਗੇ ਉਹ ਤੁਸੀਂ ਲਾਸਟ ਦੇ ਵਿੱਚ ਕਮੈਂਟ ਕਰਕੇ ਦੱਸਣੇ ਨੇਗੇ। ਤੇ ਆਪਾਂ ਜਿਹੜੀ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ। ਪਹਿਲਾ MCQ ਹੈ ਤੁਹਾਡੀ ਸਕਰੀਨ ਦੇ ਉੱਤੇ। ਮੰਡਲ ਕਮਿਸ਼ਨ ਦਾ ਗਠਨ ਕਿਸ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਕੀਤਾ ਗਿਆ ਸੀ? ਜਾਣੀ ਕਿ ਜਿਸ ਸਮੇਂ ਮੰਡਲ ਕਮਿਸ਼ਨ ਦਾ ਗਠਨ ਹੋਇਆ ਸੀ ਉਸ ਸਮੇਂ ਆਪਣਾ ਪ੍ਰਧਾਨ ਮੰਤਰੀ ਜਿਹੜਾ ਕੌਣ ਸੀ? ਤਾਂ ਇਸ ਦਾ ਰਾਈਟ ਆਨਸਰ ਆਊਗਾ ਆਪਸ਼ਨ ਬੀ, ਮੁਰਾਰਜੀ ਦੇਸਾਈ। ਮੰਡਲ ਕਮਿਸ਼ਨ ਦੀ ਸਥਾਪਨਾ ਭਾਰਤ ਵਿੱਚ 1979 ਈਸਵੀ ਨੂੰ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਦੀ ਅਗਵਾਈ ਵਿੱਚ ਕੀਤੀ ਗਈ ਸੀ। ਤੇ ਉਸ ਸਮੇਂ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਸੀ ਉਹ ਕਿਹਦੀ ਸੀ? ਜਨਤਾ ਪਾਰਟੀ ਦੀ। ਠੀਕ ਹੈ, ਇਹ ਵੀ ਧਿਆਨ ਦੇ ਵਿੱਚ ਰੱਖਣਾ। ਅਤੇ ਜਿਹੜਾ ਮੰਡਲ ਕਮਿਸ਼ਨ ਦੀ ਇਹਦੀ ਸਥਾਪਨਾ ਕੀਤੀ ਗਈ ਸੀ ਪਛੜੀਆਂ ਸ਼੍ਰੇਣੀਆਂ ਦੇ ਵਿਕਾਸ ਲਈ। ਠੀਕ ਹੈ, ਜਿਹੜੇ ਉਸ ਸਮੇਂ ਮੰਡਲ ਕਮਿਸ਼ਨ ਬਣਿਆ ਸੀਗਾ ਇਹਦੇ ਪ੍ਰਧਾਨ ਦਾ ਨਾਮ ਸੀਗਾ ਬਿੰਦੇਸ਼ਵਰੀ ਪ੍ਰਸਾਦ ਮੰਡਲ, ਜਿਸ ਦੇ ਨਾਂ ਤੋਂ ਹੀ ਇਸ ਕਮਿਸ਼ਨ ਦਾ ਨਾਮ ਮੰਡਲ ਕਮਿਸ਼ਨ ਪਿਆ ਸੀ। ਅਗਲਾ MCQ ਆਪਣੇ ਕੋਲ, ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਦਾ ਜ਼ਰੂਰੀ ਗੁਣ ਹੈ? ਤਾਂ ਇਸ ਦਾ ਰਾਈਟ ਆਨਸਰ ਆਊਗਾ ਆਪਸ਼ਨ ਡੀ, ਪ੍ਰਭੂਸੱਤਾ। ਅਗਲਾ ਪ੍ਰਸ਼ਨ, 1983 ਵਿੱਚ ਕੇਂਦਰ ਸਰਕਾਰ ਦੁਆਰਾ ਕੇਂਦਰ ਅਤੇ ਰਾਜਾਂ ਸੰਬੰਧਾਂ ਬਾਰੇ ਹੇਠ ਲਿਖੇ ਕਮਿਸ਼ਨਾਂ ਵਿੱਚੋਂ ਕਿਹੜਾ ਕਮਿਸ਼ਨ ਨਿਯੁਕਤ ਕੀਤਾ ਗਿਆ ਸੀ? ਤਾਂ ਇਸ ਦਾ ਰਾਈਟ ਆਨਸਰ ਆਊ ਆਪਸ਼ਨ ਏ, ਸਰਕਾਰੀਆ ਕਮਿਸ਼ਨ। ਰਣਜੀਤ ਸਿੰਘ ਸਰਕਾਰੀਆ ਸੀ ਜਿਹੜੇ ਇਸ ਕਮਿਸ਼ਨ ਦੇ ਪ੍ਰਧਾਨ ਸੀ। ਅਗਲਾ ਪ੍ਰਸ਼ਨ ਹੈਗਾ, ਰਾਸ਼ਟਰੀ ਪੰਚਾਇਤ ਦਿਵਸ ਕਿਸ ਮਿਤੀ ਨੂੰ ਮਨਾਇਆ ਜਾਂਦਾ ਹੈ? ਤਾਂ ਇਸ ਦੇ ਵਿੱਚੋਂ ਆਪਣੇ ਕੋਲ ਰਾਈਟ ਆਨਸਰ ਆ ਆਪਸ਼ਨ ਬੀ, 24 ਅਪ੍ਰੈਲ। ਇੱਥੇ ਤੁਸੀਂ ਇੱਕ ਗੱਲ ਧਿਆਨ ਦੇ ਵਿੱਚ ਰੱਖਣੀ ਆ ਕਿ 24 ਅਪ੍ਰੈਲ 2010 ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਹੇਠ ਇਹ ਜਿਹੜਾ ਡੇ ਸੀਗਾ ਜਾਂ ਦਿਨ ਸੀਗਾ ਮਨਾਇਆ ਜਾਣ ਲੱਗਿਆ ਸੀ। ਠੀਕ ਆ, 24 ਅਪ੍ਰੈਲ 2010 ਦੇ ਵਿੱਚ। ਅਗਲਾ ਪ੍ਰਸ਼ਨ ਆਪਣੇ ਕੋਲ, ਸੰਪत्ति ਦਾ ਅਧਿਕਾਰ ਜੋ ਪਹਿਲਾਂ ਇੱਕ ਮੌਲਿਕ ਅਧਿਕਾਰ ਸੀ ਹੁਣ ਕਿਸ ਭਾਗ ਵਿੱਚ ਸ਼ਾਮਲ ਹੈ? ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜਾ ਸੰਪत्ति ਦਾ ਅਧਿਕਾਰ ਸੀ, ਜਿਹੜਾ ਪਹਿਲਾ ਮੌਲਿਕ ਅਧਿਕਾਰ ਸੀ, ਉਸ ਨੂੰ 44ਵੀਂ ਸੰਵਿਧਾਨਿਕ ਸੋਧ 1978 ਰਾਹੀਂ ਮੌਲਿਕ ਅਧਿਕਾਰਾਂ ਦੀ ਸੂਚੀ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਇਸ ਨੂੰ ਸੰਵਿਧਾਨ ਦੇ ਭਾਗ 12 ਦੇ ਵਿੱਚ ਰੱਖਿਆ ਗਿਆ ਸੀ। ਆਪਣਾ ਰਾਈਟ ਆਨਸਰ ਆਊਗਾ ਆਪਸ਼ਨ ਸੀ, ਭਾਗ 12। ਸੇਮ MCQ, ਭਾਰਤ ਦੇ ਕਿਸੇ ਰਾਜ ਦੀ ਵਿਧਾਨ ਸਭਾ ਵਿੱਚ ਵੱਧ ਤੋਂ ਵੱਧ ਮੈਂਬਰ ਕੀ ਹੋ ਸਕਦੇ ਹਨ? ਤਾਂ ਇਸ ਦਾ ਰਾਈਟ ਆਨਸਰ ਆ ਆਪਸ਼ਨ ਏ, 500। ਯਾਨੀ ਕਿ ਵਿਧਾਨ ਸਭਾ ਦੇ ਵੱਧ ਤੋਂ ਵੱਧ ਜਿਹੜੇ ਮੈਂਬਰ ਨੇ ਉਹ 500 ਹੋ ਸਕਦੇ ਨੇ ਤੇ ਘੱਟ ਤੋਂ ਘੱਟ ਜੇਕਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਤਾਂ ਉਹ 60 ਹੋ ਸਕਦੇ ਨੇ। 7ਵਾਂ MCQ, ਉਹ ਉੱਚ ਅਦਾਲਤ ਜਿੱਥੇ ਜੱਜਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ? ਤਾਂ ਇਸ ਦਾ ਰਾਈਟ ਆਨਸਰ ਆਊਗਾ ਆਪਸ਼ਨ ਸੀ, ਇਲਾਹਾਬਾਦ। ਅਗਲਾ MCQ, ਕਿਸ ਨੇ ਪੰਚਾਇਤੀ ਰਾਜ ਦੇ ਮਹੱਤਵ ਨੂੰ ਸਮਝਦੇ ਹੋਏ ਜਨਤਾ ਨੂੰ ਸ਼ਕਤੀ ਦਾ ਨਾਅਰਾ ਦਿੱਤਾ ਸੀ? ਤਾਂ ਇਸ ਦਾ ਰਾਈਟ ਆਨਸਰ ਆਊਗਾ ਆਪਸ਼ਨ ਏ, ਰਾਜੀਵ ਗਾਂਧੀ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕੌਣ ਕਿਸੇ ਰਾਜ ਦੇ ਰਾਜਪਾਲ ਨੂੰ ਹਟਾ ਸਕਦਾ ਹੈ? ਇਸ ਦਾ ਰਾਈਟ ਆਨਸਰ ਆਊ ਆਪਸ਼ਨ ਡੀ, ਰਾਸ਼ਟਰਪਤੀ। ਰਾਸ਼ਟਰਪਤੀ ਕੋਲ ਇਹ ਅਧਿਕਾਰ ਹੁੰਦਾ ਕਿ ਉਹ ਕਿਸੇ ਰਾਜ ਦੇ ਰਾਜਪਾਲ ਨੂੰ ਹਟਾ ਸਕਦਾ। ਇੱਥੇ ਇੱਕ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਕਿ ਕਈ ਵਾਰੀ ਐਗਜ਼ਾਮ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਸ਼ਨ ਵੀ ਪੁੱਛਿਆ ਗਿਆ ਵੀ ਹੇਠ ਲਿਖੇ ਅਹੁਦਿਆਂ ਵਿੱਚੋਂ ਕਿਸ ਨੂੰ ਮਹਾਦੋਸ਼ ਦੀ ਕਾਰਵਾਈ ਦੁਆਰਾ ਨਹੀਂ ਹਟਾਇਆ ਜਾ ਸਕਦਾ? ਤਾਂ ਉਹ ਹੈਗਾ ਰਾਜਪਾਲ। ਅਗਲਾ ਪ੍ਰਸ਼ਨ ਆਪਣੇ ਕੋਲ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਮਿੰਨੀ ਸੰਵਿਧਾਨ ਕਿਹਾ ਜਾਂਦਾ ਹੈ? ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਬੀ, 42ਵੀਂ ਸੰਵਿਧਾਨਿਕ ਸੋਧ। 42ਵੀਂ ਸੰਵਿਧਾਨਿਕ ਸੋਧ ਨੂੰ ਮਿੰਨੀ ਸੰਵਿਧਾਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਇਸ ਦੇ ਨਾਲ ਕੀ ਹੋਇਆ ਸੀ, ਜਿਹੜਾ ਸੰਵਿਧਾਨ ਸੀ ਉਸ ਦੇ ਵਿੱਚ ਕਈ ਚੇਂਜਸ ਜਿਹੜੇ ਕੀਤੇ ਗਏ ਸੀ ਜਿਨ੍ਹਾਂ ਬਾਰੇ ਤੁਸੀਂ ਪੜ੍ਹਿਆ ਹੋਊ ਤੇ ਪੁਰਾਣੀ ਵੀਡੀਓ ਦੇ ਵਿੱਚ ਵੀ ਆਪਾਂ ਗੱਲ ਕੀਤੀ ਆ। 11ਵਾਂ MCQ, ਸੰਘ ਲੋਕ ਸੇਵਾ ਆਯੋਗ ਦੀ ਸਥਾਪਨਾ ਕਿਸ ਆਰਟੀਕਲ ਤਹਿਤ ਹੋਈ? ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਸੀ, ਆਰਟੀਕਲ 315। 12ਵਾਂ MCQ, ਕਿਸ ਦੇਸ਼ ਦੇ ਸੰਵਿਧਾਨ ਤੋਂ ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਲਈਆਂ ਗਈਆਂ ਹਨ? ਯਾਨੀ ਕਿ ਜਿਹੜੀ ਆਪਣੇ ਕੋਲ ਐਮਰਜੈਂਸੀ ਪਾਵਰ ਨੇ ਪ੍ਰੈਜ਼ੀਡੈਂਟ ਦੀਆਂ ਉਹ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈਆਂ ਗਈਆਂ ਹਨ? ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਡੀ, ਜਰਮਨੀ ਦੇ ਸੰਵਿਧਾਨ ਤੋਂ। ਅਗਲਾ MCQ,
ਹੇਠਾਂ ਦਿੱਤੇ ਆਰਟੀਕਲਾਂ ਵਿੱਚੋਂ ਕਿਹੜਾ ਰਾਸ਼ਟਰਪਤੀ ਦੀ ਮਾਫੀ ਸ਼ਕਤੀ ਨਾਲ ਸੰਬੰਧਿਤ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਏ ਆਰਟੀਕਲ 72। ਆਰਟੀਕਲ 72 ਦੇ ਅਨੁਸਾਰ ਰਾਸ਼ਟਰਪਤੀ ਕਿਸੇ ਦੋਸ਼ੀ ਵਿਅਕਤੀ ਦੀ ਜਾਂ ਅਪਰਾਧੀ ਵਿਅਕਤੀ ਦੀ ਸਜ਼ਾ ਮਾਫ ਵੀ ਕਰ ਸਕਦਾ ਤੇ ਘੱਟ ਵੀ ਕਰ ਸਕਦਾ ਗਾ। ਤੇ ਜਿਹੜੀ ਆਪਣੇ ਕੋਲ ਸੈਕੰਡ ਆਪਸ਼ਨ ਦਿੱਤੀ ਹੋਈ ਆ ਆਰਟੀਕਲ 61, ਇਸ ਦੇ ਵਿੱਚ ਇਹ ਕਿਹਾ ਗਿਆ ਕਿ ਰਾਸ਼ਟਰਪਤੀ ਨੂੰ ਮਹਾਦੋਸ਼ ਦੀ ਕਾਰਵਾਈ ਦੁਆਰਾ ਹਟਾਇਆ ਜਾ ਸਕਦਾ ਗਾ। ਇਸ ਤਰ੍ਹਾਂ ਦਾ ਪ੍ਰਸ਼ਨ ਆਊਗਾ ਕਿ ਕਿਸ ਆਰਟੀਕਲ ਦੇ ਅਨੁਸਾਰ ਰਾਸ਼ਟਰਪਤੀ ਨੂੰ ਮਹਾਦੋਸ਼ ਦੀ ਕਾਰਵਾਈ ਦੁਆਰਾ ਹਟਾਇਆ ਜਾ ਸਕਦਾ ਹੈ? ਤਾਂ ਉਹ ਆਰਟੀਕਲ ਹੈਗਾ 61। ਦੋਨੇ ਆਰਟੀਕਲ ਧਿਆਨ ਦੇ ਵਿੱਚ ਰੱਖਣੇ ਨੇ। ਅਗਲਾ ਐਮਸੀਕਿਊ ਜੀ ਆਪਣੇ ਕੋਲ, ਇੱਕ ਵਿਅਕਤੀ ਕਿੰਨੀ ਵਾਰ ਭਾਰਤ ਦਾ ਰਾਸ਼ਟਰਪਤੀ ਬਣ ਸਕਦਾ ਹੈ? ਤਾਂ ਇਸ ਦਾ ਰਾਈਟ ਆਨਸਰ ਆਊਗਾ ਆਪਸ਼ਨ ਡੀ, ਕੋਈ ਸੀਮਾ ਨਿਸ਼ਚਿਤ ਨਹੀਂ। ਯਾਨੀ ਕਿ ਕੋਈ ਵੀ ਵਿਅਕਤੀ ਕਿੰਨੇ ਵਾਰੀ ਮਰਜ਼ੀ ਰਾਸ਼ਟਰਪਤੀ ਬਣ ਸਕਦਾ ਗਾ ਭਾਰਤ ਦਾ। ਠੀਕ ਹੈ, ਤੇ ਇਹਦੀ ਘੱਟੋ ਘੱਟ ਜਿਹੜੀ ਉਮਰ ਹੈਗੀ ਰਾਸ਼ਟਰਪਤੀ ਬਣਨ ਲਈ ਉਹ 35 ਸਾਲ ਹੈ। ਠੀਕ ਹੈ, ਇਹ ਵੀ ਧਿਆਨ ਦੇ ਵਿੱਚ ਰੱਖਣਾ। ਅਗਲਾ ਐਮਸੀਕਿਊ, ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਦਰਸਾਉਂਦਾ ਹੈ ਕਿ ਇਹ ਸੰਵਿਧਾਨ ਨਾ ਤਾਂ ਸਖਤ ਹੈ ਨਾ ਹੀ ਲਚਕਦਾਰ ਹੈ, ਬਲਕਿ ਦੋਹਾਂ ਦਾ ਸੰਸਲੇਸ਼ਨ ਹੈ। ਯਾਨੀ ਕਿ ਦੋਹਾਂ ਦਾ ਜਿਹੜਾ ਮਿਸ਼ਰਣ ਹੈਗਾ, ਯਾਨੀ ਕਿ ਲਚਕੀਲਾ ਵੀ ਆ ਤੇ ਕਠੋਰ ਵੀ ਆ। ਇਹ ਆਪਾਂ ਨੂੰ ਜਿਹੜਾ ਆਰਟੀਕਲ ਦਰਸਾਉਂਦਾ ਹੈਗਾ ਉਹ ਦਰਸਾਉਂਦਾ ਹੈਗਾ ਆਰਟੀਕਲ 368। ਇਸ ਦਾ ਰਾਈਟ ਆਨਸਰ ਆਊਗਾ ਆਪਸ਼ਨ ਸੀ। ਆਰਟੀਕਲ 368 ਦੇ ਵਿੱਚ ਕੀ ਹੈਗਾ, ਸੰਵਿਧਾਨ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਸੋਧ ਕੀਤੀ ਜਾਂਦੀ ਆ ਉਹਦਾ ਵਰਣਨ ਕੀਤਾ ਗਿਆ, ਅਤੇ ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਪ੍ਰਕਿਰਿਆ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਆ, ਇਹ ਤੁਸੀਂ ਆਨਸਰ ਮੈਨੂੰ ਕਮੈਂਟ ਕਰਕੇ ਦੱਸਣਾਗਾ। ਇਹ ਸੀ ਆਪਣੀ ਛੋਟੀ ਜਿਹੀ ਵੀਡੀਓ। ਤੁਹਾਨੂੰ ਇਸ ਟੈਸਟ ਦੇ ਵਿੱਚੋਂ ਕਿੰਨੇ ਨੰਬਰ ਆਏ ਨੇ ਉਹ ਵੀ ਤੁਸੀਂ ਕਮੈਂਟ ਕਰ ਸਕਦੇ ਹੋ। ਜੇਕਰ ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ, ਤੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।